सत श्री अकाल। तुसीं वेख रहे हो पंजाब मेल USA TV। मैं हाँ संजीव यश खन्ना। सियाणे कहंदे ने लोड़ पई दे उत्ते नलायक पुत्तर ते खोटा सिक्का ही काम आउंदे ने। ਇਹ ਮੈਨੂੰ नहीं पता भाई सियाणे किस आधार ते कहंदे ने, पर बजुर्गों तो ये गल्लां सुणीਆਂ ने। खोटा सिक्का, नलायक पुत्तर, यही काम आउंदे ने लोड़ पई दे उत्ते, क्योंकि ਜਿਹੜੇ ਲਾਇਕ ਹੁੰਦੇ ਨੇ ਨਾ ਤੇ ਜਿਹੜੇ ਵਧੀਆ ਸਿੱਕੇ ਹੁੰਦੇ ਨੇ ਉਹ ਤਾਂ ਪਹਿਲਾਂ ਹੀ ਕਿਸੇ ਹੋਰ ਪਾਸੇ ਨਿਕਲ ਜਾਂਦੇ ਨੇ ਤੇ ਜਿਹੜੇ ਨਲਾਇਕ ਪੁੱਤਰ ਹੁੰਦੇ ਨੇ, ਖੋਟੇ ਸਿੱਕੇ ਹੁੰਦੇ ਨੇ, ਉਹ ਪਏ ਰਹਿੰਦੇ ਨੇ, ਉਹਨਾਂ ਦਾ ਕੋਈ ਗਾਹਕ ਨਹੀਂ ਹੁੰਦਾ। ਪਰ ਲੋੜ ਪਈ ਦੇ ਉੱਤੇ ਕੰਮ ਆਉਂਦੇ ਨੇ ਉਦੋਂ ਪਤਾ ਲੱਗਦਾ ਵੀ ਇਹਨਾਂ ਦਾ ਮੁੱਲ ਕੀ ਹੈ। ਸਿਆਣੇ ਕਹਿੰਦੇ ਨੇ, ਖੈਰ ਕਹਾਵਤ ਹੈ ਤੇ ਕਹਾਵਤ ਦਾ ਮਤਲਬ ਇਹ ਆ ਕਿ ਜਿਨ੍ਹਾਂ ਨੂੰ ਅਸੀਂ ਕਿਸੇ ਵੇਲੇ ਇਗਨੋਰ ਕਰਦੇ ਹਾਂ ਉਹੀ ਸਾਡੇ ਕੰਮ ਆਉਂਦੇ ਨੇ, ਉਹਨਾਂ ਦੀ ਲੋੜ ਪੈਂਦੀ ਆ। ਫਿਰ ਸਿਆਣੇ ਕਹਿੰਦੇ ਨੇ ਲੋੜ ਤਾਂ ਗਲੀ ਦੇ ਕੱਖ ਦੀ ਵੀ ਪੈਂਦੀ ਆ, ਇਸ ਕਰਕੇ ਕਿਸੇ ਨੂੰ ਇਗਨੋਰ ਨਾ ਕਰੋ, ਸਭ ਨੂੰ ਕਲੇਜੇ ਨਾਲ ਲਾ ਕੇ ਰੱਖੋ। ਠੰਡ ਪੈਂਦੀ ਆ ਆਪਣੇ ਕਲੇਜੇ ਵਿੱਚ ਵੀ ਤੇ ਸਾਹਮਣੇ ਵਾਲੇ ਦੇ ਕਲੇਜੇ ਦੇ ਵਿੱਚ ਵੀ। ਇਦਾਂ ਦੀ ਕਹਾਣੀ ਹੋਈ ਆ ਉਹਨਾਂ ਵੋਟਰਸ ਦੀ ਜੋ ਹੈਗੇ ਤਾਂ ਅਮਰੀਕਾ ਦੇ ਨੇ ਪਰ ਰਹਿੰਦੇ ਬਾਹਰ ਦੇ ਮੁਲਕਾਂ ਦੇ ਵਿੱਚ ਨੇ, ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ, ਰਹਿੰਦੇ ਨੇ ਕੈਨੇਡਾ ਦੇ ਵਿੱਚ, ਰਹਿੰਦੇ ਨੇ ਇੰਗਲੈਂਡ ਦੇ ਵਿੱਚ, ਇਜ਼ਰਾਈਲ ਦੇ ਵਿੱਚ, ਆਸਟ੍ਰੇਲੀਆ ਹੈ ਨਾ, ਇੰਡੀਆ ਦੇ ਵਿੱਚ ਵੀ ਰਹਿੰਦੇ ਨੇ, ਕਈ ਥਾਵਾਂ 'ਤੇ ਰਹਿੰਦੇ ਨੇ ਜਿੱਥੇ ਜਿੱਥੇ ਉਹਨਾਂ ਦਾ ਕਾਰੋਬਾਰ ਹੈ, ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਕੰਮ ਕਰਦੇ ਨੇ ਜਾਂ ਹੋਰ ਕਾਰਨਾਂ ਕਰਕੇ ਜਿੱਥੇ ਵੀ ਰਹਿੰਦੇ ਨੇ। ਸੋ ਉਹਨਾਂ ਦੀ ਲੋੜ ਪੈ ਗਈ ਆ ਓਵਰਸੀਜ਼ ਵੋਟਿੰਗ, ਹੈ ਨਾ। ਉਹ ਵੀ ਕਹਿੰਦੇ ਨੇ, ਕਹਿੰਦੇ ਲਿਖੋ ਜੀ ਹੁਣ ਸਾਡੀ ਲੋੜ ਪੈ ਗਈ, ਹੁਣ ਸਾਨੂੰ ਬਾਰ-ਬਾਰ ਫੋਨ ਆਉਂਦੇ ਨੇ ਡੈਮੋਕ੍ਰੇਟਸ ਵੱਲੋਂ ਵੀ, ਰਿਪਬਲਿਕਨਸ ਵੱਲੋਂ ਵੀ ਤੁਹਾਨੂੰ ਆਪਣੀ ਵੋਟ ਕਾਸਟ ਕਰਨੀ ਚਾਹੀਦੀ ਹੈ, ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਵੋਟ ਜਿਹੜੀ ਹੈ ਨਾ ਉਹ ਸਵਿੰਗ ਸਟੇਟਸ ਦੇ ਅੰਦਰ ਸਵਿੰਗ ਪੈਦਾ ਕਰ ਸਕਦੀ ਆ, ਕਿਉਂਕਿ ਲੱਖਾਂ ਦੇ ਵਿੱਚ ਨੇ ਜਿਹੜੇ ਬਾਹਰ ਰਹਿੰਦੇ ਨੇ, ਐਵੇਂ ਤਾਂ ਨਹੀਂ ਹੈਗੇ, ਪੋਟੈਂਸ਼ੀਅਲ ਹੈਗਾ ਉਹਨਾਂ ਦੇ ਵਿੱਚ ਸਾਰੇ ਸਿਸਟਮ ਨੂੰ ਹਿਲਾਉਣ ਦਾ ਉਹਨਾਂ ਦੀਆਂ ਆਪਣੀਆਂ ਵੋਟਾਂ ਦੇ ਨਾਲ। ਸੋ ਕਹਿੰਦੇ ਯਾਦ ਆ ਗਈ ਹੁਣ ਸਾਡੀ। ਖੈਰ ਚਲੋ ਜੋ ਵੀ ਹੈ, ਇਹਦੇ 'ਚ ਫਸਟ ਟਾਈਮ ਵੋਟਰਸ ਵੀ ਨੇ, ਰਜਿਸਟਰਡ ਵੋਟਰਸ ਹੈਗੇ ਨੇ ਜਿਨ੍ਹਾਂ ਦੀ ਸਾਰੀ ਪਾਪੂਲੇਸ਼ਨ ਦਾ ਡਾਟਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਏਜੰਸੀਜ਼ ਕੋਲ ਹੈ, ਔਰ ਬਾਰ-ਬਾਰ ਡੈਮੋਕ੍ਰੇਟਸ ਵੱਲੋਂ, ਰਿਪਬਲਿਕਨਸ ਵੱਲੋਂ ਉਹਨਾਂ ਨੂੰ ਫੋਨ ਕਾਲਸ ਜਾ ਰਹੀਆਂ ਨੇ, ਪਰਸਨਲੀ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣੀ ਵੋਟ ਕਾਸਟ ਜ਼ਰੂਰ ਕਰੋ, ਔਰ ਇਸ ਚੀਜ਼ ਦੀ ਉਹਨਾਂ ਨੂੰ ਖੁਸ਼ੀ ਵੀ ਆ। ਔਰ ਉਹ ਕਹਿੰਦੇ ਨੇ ਬਈ ਇਸ ਸਾਲ ਚਲੋ ਸਾਡੀ ਯਾਦ ਆ ਗਈ, ਸਾਨੂੰ ਤਾਂ ਇੱਦਾਂ ਲੱਗਦਾ ਸੀ ਤੁਸੀਂ ਸਾਨੂੰ ਭੁੱਲ ਹੀ ਗਏ ਹੋ, ਇਗਨੋਰ ਕਰ ਦਿੱਤਾ, ਬਟ ਨੋ, ਇੱਦਾਂ ਦੀ ਗੱਲ ਨਹੀਂ ਹੁੰਦੀ। ਕਾਫੀ ਰੁਝੇਵੇਂ ਹੁੰਦੇ ਨੇ, ਹਰ ਕੰਮ ਨੂੰ ਆਪਣੇ ਟਾਈਮ ਦੇ ਮੁਤਾਬਿਕ ਵੀ ਕੀਤਾ ਜਾਂਦਾ, ਔਰ ਪਹਿਲਾਂ ਵੀ ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਫੋਨ ਕਾਲਸ ਕੀਤੀਆਂ ਜਾਂਦੀਆਂ ਨੇ ਵੀ ਆਓ ਆਪਣੀ ਵੋਟ ਕਾਸਟ ਕਰੋ, ਕਿਉਂਕਿ ਜੋ ਸਿਸਟਮ ਹੈ ਨਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਵੋਟਿੰਗ ਦਾ, ਫੇਅਰ ਐਂਡ ਫ੍ਰੀ ਇਲੈਕਸ਼ਨਸ ਦਾ, ਉਹ ਹਰ ਚੀਜ਼ ਦਾ ਧਿਆਨ ਰੱਖਦਾ ਹੈ। ਔਰ ਇਸ ਕਰਕੇ ਉਹ ਜਿਹੜੇ ਬਾਹਰ ਦੇ ਮੁਲਕਾਂ 'ਚ ਰਹਿੰਦੇ ਨੇ ਕਹਿੰਦੇ ਭਾਵੇਂ ਦੂਰ ਰਹਿੰਦੇ ਹਾਂ ਕੋਈ ਗੱਲ ਨਹੀਂ, ਡਿਬੇਟਸ ਦੇ ਵਿੱਚ ਅਸੀਂ ਹਿੱਸਾ ਨਹੀਂ ਲੈ ਸਕਦੇ, ਅਸੀਂ ਤੁਹਾਡੇ ਨਾਲ ਆਪਣੀਆਂ ਫੀਲਿੰਗਸ ਇਸ ਤਰ੍ਹਾਂ ਸ਼ੇਅਰ ਨਹੀਂ ਕਰ ਸਕਦੇ ਫੇਸ ਟੂ ਫੇਸ ਬਹਿ ਕੇ, ਕਿਉਂਕਿ ਅਸੀਂ ਬਾਹਰ ਹਾਂ, ਦੂਰ ਹਾਂ, ਪਰ ਅਸੀਂ ਜੁੜੇ ਹੋਏ ਹਾਂ, ਅਸੀਂ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਹਾਂ, ਵੈਸੇ ਵੀ ਡਿਬੇਟਸ ਦੇ ਵਿੱਚ ਆ ਸਕਦੇ ਹਾਂ, ਆਨਲਾਈਨ ਅਸੀਂ ਗੱਲਬਾਤ ਕਰ ਸਕਦੇ ਹਾਂ। ਸੋ ਅਸੀਂ ਪੂਰਾ ਧਿਆਨ ਰੱਖਿਆ ਕਿਉਂਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਾਡਾ ਆਪਣਾ ਦੇਸ਼ ਹੈ, ਸਾਡੇ ਦਿਲਾਂ 'ਚ ਵਸਦਾ ਹੈ। ਇੰਡੀਆ ਇੰਟਰਨੈਸ਼ਨਲ ਉਹ ਮੁੱਦੇ ਜਿਹੜੇ ਸਾਰੇ ਸਾਡਿਆਂ ਦਾ, ਆਪਣਿਆਂ ਦਾ, ਸਾਡਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ, ਬਲਕਿ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਔਰ ਇਸ ਵਕਤ ਅਮਰੀਕਾ ਦੀਆਂ ਇਲੈਕਸ਼ਨਸ ਜਿਹੜੀਆਂ ਨੇ ਨਾ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਈਆਂ ਨੇ। ਦੇਖੋ ਉਹਦੇ ਰੀਜ਼ਨਸ ਵੀ ਕਈ ਨੇ। ਦੇਖੋ ਰੀਜ਼ਨਸ ਤਾਂ ਇਹ ਨੇ ਕਿ ਇਸ ਟਾਈਮ ਜਿਹੜੀਆਂ ਇਲੈਕਸ਼ਨਸ ਸਾਰੀਆਂ ਹੋਣੀਆਂ ਨੇ ਇੱਕ ਹਿਸਟੋਰੀਕਲ ਮੂਵਮੈਂਟ ਹੋਣ ਜਾ ਰਿਹਾ, ਠੀਕ ਆ। ਔਰ ਦੂਸਰਾ, ਜੇ ਕਮਲਾ ਹੈਰਿਸ ਜਿੱਤਦੇ ਨੇ ਤਾਂ ਇੱਕ ਹਿਸਟਰੀ ਕ੍ਰੀਏਟ ਹੋਣੀ ਹੈ, ਫਸਟ ਲੇਡੀ, ਤੇ ਜੋ ਡੋਨਲਡ ਟਰੰਪ ਜਿੱਤਦੇ ਨੇ, ਸੈਕਿੰਡ ਟਰਮ ਆਉਂਦੀ ਹੈ, ਤਾਂ ਫਿਰ ਇਹ ਕੀ ਓਵਰਹੋਲਿੰਗ ਹੋਏਗੀ, ਸਿਸਟਮ ਦੇ ਵਿੱਚ ਕੀ ਚੇਂਜ ਹੋਏਗਾ, ਕਿਉਂਕਿ ਇਮੀਗ੍ਰੈਂਟਸ ਨੂੰ, ਐਂਟੀ ਇਮੀਗ੍ਰੈਂਟਸ, ਇਹ ਸਾਰੀ ਮੁਹਿੰਮ ਚੱਲਦੀ ਪਈ ਆ। ਨੰਬਰ 2, ਨਾਟੋ ਤੋਂ ਬਾਹਰ ਆ ਜਾਣਾ, ਨਾਟੋ ਦੀ ਗੱਲ ਹੁੰਦੀ ਪਈ ਆ। ਅਰਬ ਕੰਟਰੀਜ਼ ਦੇ ਨਾਲ, ਮਿਡਲ ਈਸਟ, ਔਰ ਇਹ ਸਾਰਾ ਜਿਹੜਾ ਵਪਾਰ ਹੈ, ਟ੍ਰੇਡ ਵਾਰ ਸ਼ੁਰੂ ਕਰਨੀ ਹੈ ਮੈਂ, ਡੋਨਲਡ ਟਰੰਪ ਕਹਿੰਦੇ ਨੇ, ਤੇ ਇਹਨਾਂ ਨੂੰ ਪਤਾ ਲੱਗੋ ਕਿਉਂਕਿ ਅਮਰੀਕਨ ਡਾਲਰ ਦਾ ਸਵਾਲ ਹੈ। ਸੋ ਇਹ ਸਾਰੀਆਂ ਘਟਨਾਵਾਂ ਮਿਲਾ ਕੇ ਇਹ ਅਸਰ ਪਾਉਂਦੀਆਂ ਪਈਆਂ ਨੇ ਕਿ ਡੋਨਲਡ ਟਰੰਪ ਦੀਆਂ ਨੀਤੀਆਂ ਕੀ ਹੋਣਗੀਆਂ, ਖਾਸ ਕਰਕੇ ਟ੍ਰੇਡ ਵਾਰ ਔਰ ਇਕਨੋਮਿਕਲ। ਔਰ ਇੱਥੇ ਜਿਹੜੇ ਮਾਈਗ੍ਰੈਂਟਸ ਨੇ, ਜਿਹੜੇ ਅਮਰੀਕਾ ਤੋਂ ਮਾਈਗ੍ਰੇਟ ਹੋ ਕੇ ਬਾਹਰ ਗਏ ਨੇ, ਉਹ ਵੀ ਤਾਂ ਬਾਹਰ ਦੀ ਧਰਤੀ ਦੇ ਉੱਤੇ ਮਾਈਗ੍ਰੈਂਟਸ ਨੇ ਨਾ, ਉਹ ਇਹ ਗੱਲ ਕਹਿੰਦੇ ਨੇ ਕਿ ਇਸ ਟਾਈਮ ਰਿਅਲਾਈਜ਼ ਹੋਣਾ ਚਾਹੀਦਾ ਡੋਨਲਡ ਟਰੰਪ ਨੂੰ ਕਿ ਸਿਰਫ ਮੈਂ ਹੀ ਸਭ ਕੁਝ ਨਹੀਂ ਹਾਂ, ਹਮ ਹੀ ਹਮ ਹੈ ਤਾਂ ਕਿਆ ਹਮ ਹੈ, तुम ही तुम हो तो क्या तुम हो, ਆਪਾਂ ਦੋਵੇਂ ਹੈਗੇ ਤਾਂ ਹੀ ਦੁਨੀਆ ਐਗਜ਼ਿਸਟ ਕਰਦੀ ਆ, ਤੁਹਾਡੀ ਵੀ ਵੈਲਿਊ ਹੈ, ਮੇਰੀ ਵੀ ਵੈਲਿਊ ਹੈ। ਡੋਨਲਡ ਟਰੰਪ ਨੂੰ ਇਹ ਸਮਝਣਾ ਚਾਹੀਦਾ
ਕਿ ਬਾਕੀ ਦੇਸ਼ ਵੀ ਹੈਗੇ ਨੇ ਦੁਨੀਆ ਦੇ ਵਿੱਚ, ਬਾਕੀ ਵੀ ਜਹਾਨ ਵਸਦਾ ਹੈ, ਉਹਨਾਂ ਦੇ ਸਿਰ ਦੇ ਉੱਤੇ ਹੀ ਅਮਰੀਕਾ ਸੁਪਰ ਪਾਵਰ ਬਣ ਸਕਦਾ। ਆਪਣੇ ਆਪ ਦੇ ਵਿੱਚ ਕੋਈ ਵੀ ਵੱਡਾ ਨਹੀਂ ਹੁੰਦਾ, ਆਪਣੇ ਆਪ ਦੇ ਵਿੱਚ ਕੋਈ ਵੀ ਸੁਪਰ ਪਾਵਰ ਨਹੀਂ ਹੁੰਦਾ, ਕਿਉਂਕਿ ਕਿਸੇ ਦੀ ਸਫਲਤਾ ਆਪਣੇ ਆਪ ਵਿੱਚ ਨਹੀਂ ਹੁੰਦੀ, ਉਹਨੂੰ ਬੜੀ ਸਪੋਰਟ ਮਿਲਦੀ ਹੈ ਫਰੈਂਡਸ ਦੀ, ਰਿਲੇਟਿਵਸ ਦੀ, ਫੈਮਿਲੀ ਦੀ, ਹਰ ਪਾਸਿਓਂ। ਲਾਈਕਵਾਈਜ਼ ਕੰਟਰੀ ਤਾਂ ਹੀ ਗ੍ਰੇਟ ਹੁੰਦੇ ਨੇ ਜਦੋਂ ਉਹਨਾਂ ਨੂੰ ਹਰ ਪਾਸਿਓਂ ਸਪੋਰਟ ਮਿਲਦੀ ਹੈ, ਔਰ ਸਪੋਰਟ ਤਾਂ ਮਿਲਦੀ ਹੈ ਜੇ ਸਭ ਦੇ ਨਾਲ ਦੋਸਤੀ ਹੋਵੇ, ਦਾਦਾਗਿਰੀ ਨਾਲ ਸਪੋਰਟ ਨਹੀਂ ਮਿਲਦੀ ਹੁੰਦੀ। ਇਹ ਕਹਿੰਦੇ ਨੇ ਬਾਹਰ ਦੀ ਧਰਤੀ ਦੇ ਉੱਤੇ ਵਸੇ ਹੋਏ ਜੋ ਅਮਰੀਕਨਸ ਨੇ, ਕਿਉਂਕਿ ਜਿੱਥੇ ਉਹ ਜਾਂਦੇ ਨੇ ਉੱਥੇ ਉਹਨਾਂ ਨੂੰ ਵੀ ਸਪੋਰਟ ਮਿਲਦੀ ਹੈ ਨਾ ਉਸ ਦੇਸ਼ ਦੇ ਵਿੱਚ, ਉਸ ਦੇਸ਼ ਦੇ ਲੋਕਾਂ ਕੋਲੋਂ। ਸੋ ਦੈਟ ਇਜ਼ ਵਾਈ ਇਹ ਕਿਹਾ ਜਾਂਦਾ ਹੈ ਕਿ ਅੱਖਾਂ ਖੋਲ੍ਹੋ, ਦੁਨੀਆ ਨੂੰ ਦੇਖੋ, ਟਰੈਵਲ ਕਰੋ, ਥਾਂ ਥਾਂ ਦੇ ਉੱਤੇ ਜਾਓ, ਦੇਖੋ ਫਿਰ ਲੋਕ ਕਿੱਦਾਂ ਦੇ ਨੇ, ਤੁਹਾਨੂੰ ਕਿੱਦਾਂ ਸਪੋਰਟ ਕਰਦੇ ਨੇ। ਗੱਲ ਇਹ ਆ, ਇਨਸਾਨ ਸਭ ਥਾਂ ਤੇ ਇੱਕੋ ਜਿਹੇ ਹੁੰਦੇ ਨੇ, ਕੋਈ ਫਰਕ ਨਹੀਂ ਹੁੰਦਾ। ਉਹੀ ਹੱਸਣਾ, ਖੇਡਣਾ, ਰੋਣਾ, ਉਹੀ ਟੈਨਸ਼ਨਸ, ਉਹੀ ਤਕਲੀਫਾਂ, ਦੁੱਖ, ਉਹੀ ਆਪਣਾਪਨ, ਉਹੀ ਪਿਆਰ, ਐਵਰੀਥਿੰਗ ਇਜ਼ ਸੇਮ। ਪਿਆਰ ਦਾ ਨਾਂ ਪਿਆਰ ਹੀ ਹੈ, ਕੱਲ੍ਹ ਵੀ ਪਿਆਰ ਹੈ ਤੇ ਅੱਜ ਵੀ ਪਿਆਰ ਹੈ ਤੇ ਆਉਣੇ ਵਾਲੇ ਕੱਲ੍ਹ ਵਿੱਚ ਵੀ ਪਿਆਰ ਹੀ ਹੋਣਾ ਹੈ, ਤੇ ਹਰ ਥਾਂ ਦੇ ਉੱਤੇ ਉਹ ਪਿਆਰ ਹੀ ਹੋਣਾ ਹੈ। ਦੁਨੀਆ ਦੇ ਕਿਸੇ ਵੀ ਮੁਲਕ 'ਚ ਚਲੇ ਜਾਓ, ਇਹ ਤੇ ਰਾਜਨੀਤੀ ਹੈ ਜਿਹੜੀਆਂ ਖੇਡਾਂ ਖੇਡਦੀ ਹੈ ਤੇ ਆਪਸ ਦੇ ਵਿੱਚ ਪਾੜੇ ਪਾਉਂਦੀ ਆ। ਸੋ ਇਹ ਪਾੜੇ ਪਾਉਣ ਦਾ ਕੰਮ ਇੱਥੇ ਵੀ ਹੁੰਦਾ ਪਿਆ। ਜਿਹੜੀਆਂ ਅਸੀਂ ਇਲੈਕਸ਼ਨਸ ਦੇ ਵਿੱਚ ਦੇਖਦੇ ਪਏ, ਨਵੇਂ ਤਜਰਬੇ ਹੁੰਦੇ ਪਏ ਨੇ, ਉਹਦੇ ਵਿੱਚ ਜਿਹੜੇ ਬਲੈਕ ਵੋਟਰਸ ਨੇ, ਲੈਟੀਨੋਜ਼ ਨੇ, ਇਹਨਾਂ ਦੇ ਵਿੱਚ ਪਾੜੇ ਪਾਉਣ ਦਾ ਕੰਮ ਹੁੰਦਾ ਪਿਆ ਡੋਨਲਡ ਟਰੰਪ ਦੇ ਕੈਂਪ ਵੱਲੋਂ, ਕਿਉਂਕਿ ਇਹ ਐਕਸਪਰਟਸ ਮੰਨਦੇ ਨੇ ਕਿ ਜਿਸ ਤਰ੍ਹਾਂ ਇਹ ਐਂਟੀ ਮਾਈਗ੍ਰੈਂਟਸ ਦਾ ਸਾਰਾ ਦੌਰ ਚਲਾਇਆ ਹੋਇਆ, ਜਿਸ ਨੂੰ ਆਪਣੀਆਂ ਇਲੈਕਸ਼ਨਸ ਦਾ ਵੋਟ ਬੈਂਕ ਦਾ ਆਧਾਰ ਬਣਾਇਆ ਹੋਇਆ, ਇਹ ਪਾੜੇ ਪਾਉਣ ਦਾ ਕੰਮ ਹੈ। ਔਰ ਇਹ ਬਿਨਾਂ ਸੋਚੇ ਕਿ ਆਉਣ ਵਾਲੀਆਂ ਜਨਰੇਸ਼ਨਸ ਦੇ ਮਨ ਦੇ ਉੱਤੇ, ਵਿਚਾਰਾਂ ਦੇ ਉੱਤੇ, ਸੋਚ ਦੇ ਉੱਤੇ ਇਹਨਾਂ ਪਾੜਿਆਂ ਦਾ, ਇਹਨਾਂ ਡਿਵੀਜ਼ਨਸ ਦਾ ਕੀ ਅਸਰ ਹੋਣਾ, ਇਸ ਗੱਲ ਨੂੰ ਜ਼ਰੂਰ ਦੇਖਣਾ। ਔਰ ਨਾਲ ਜਿਹੜੀਆਂ ਕਲੋਜ਼ਿੰਗ ਸਟੇਟਮੈਂਟਸ ਹੋ ਰਹੀਆਂ ਨੇ ਹੁਣ ਦੋਵੇਂ ਕੈਂਡੀਡੇਟਸ ਵੱਲੋਂ, ਉਹਦੇ ਵਿੱਚ ਤਾਂ ਡੋਨਲਡ ਟਰੰਪ ਸੇਮ ਨੇ, ਰੇਸਿਜ਼ਮ ਉਹ ਸੇਮ ਹੈ ਜੋ ਲੈ ਕੇ ਚੱਲੇ ਨੇ। ਹੁਣ ਉਸ ਨੂੰ ਬੇਸ ਨੂੰ ਥੋੜ੍ਹਾ ਛੱਡ ਦੇਣਾ। ਜਦੋਂ ਸ਼ੁਰੂ ਹੋਈਆਂ ਸੀ ਕੈਂਪੇਨਸ, ਉਦੋਂ ਜਿਹੜਾ ਵੋਟ ਬੈਂਕ ਤਿਆਰ ਕੀਤਾ ਜਿਸ ਆਧਾਰ ਦੇ ਉੱਤੇ, ਉਹ ਆਧਾਰ ਛੱਡ ਥੋੜ੍ਹਾ ਦੇਣਾ, ਉਸੇ ਚੀਜ਼ ਦੇ ਉੱਤੇ ਹੀ ਐਨਕੈਸ਼ ਕਰਨਾ ਹੈ ਵੋਟ ਬੈਂਕ ਨੂੰ। ਔਰ ਕਮਲਾ ਹੈਰਿਸ ਵੀ ਸੇਮ, ਡੋਨਲਡ ਟਰੰਪ ਫਿੱਟ ਨਹੀਂ ਹੈਗੇ, ਡੋਨਲਡ ਟਰੰਪ ਡੈਮੋਕ੍ਰੇਸੀ ਵਾਸਤੇ ਖਤਰਾ ਨੇ, ਹੈ ਨਾ, ਔਰ ਮੈਂ ਦੇਸ਼ ਭਗਤ ਹਾਂ, ਔਰ ਡੋਨਲਡ ਟਰੰਪ ਸਿਰਫ ਆਪਣੇ ਬਾਰੇ ਸੋਚਦੇ ਨੇ, ਦੇਸ਼ ਬਾਰੇ ਨਹੀਂ ਸੋਚਦੇ। ਇਹ ਤਮਾਮ ਗੱਲਾਂ ਜੋ ਚੱਲਦੀਆਂ ਰਹੀਆਂ ਨੇ, ਅੱਜ ਵੀ ਉਹੀ ਚੱਲ ਰਹੀਆਂ ਨੇ। ਸੋ ਦੋਵੇਂ ਆਪਣੀਆਂ ਕਲੋਜ਼ਿੰਗ ਸਟੇਟਮੈਂਟਸ ਦੇ ਵਿੱਚ ਇਹ ਸਭ ਗੱਲਾਂ ਦਾ ਜ਼ਿਕਰ ਕਰਦੇ ਨੇ, ਔਰ ਇਹਦੇ ਵਿੱਚ ਜੋ ਬਾਈਡਨ ਵੀ ਆਉਂਦੇ ਨੇ। ਔਰ ਜਦੋਂ ਇੱਕ ਥਾਂ ਦੇ ਉੱਤੇ ਡੋਨਲਡ ਟਰੰਪ ਨੇ ਕੂੜਾਦਾਨ ਕਿਹਾ ਸੀ ਦੇਸ਼ ਨੂੰ, ਇਮੀਗ੍ਰੈਂਟਸ ਨੂੰ ਉਹਦੇ ਵਿੱਚ ਟਾਰਗੇਟ ਕੀਤਾ ਗਿਆ ਸੀ, ਕੂੜਾਦਾਨ ਅਮਰੀਕਾ ਨੂੰ ਕਿਹਾ ਸੀ, ਉਸ ਚੀਜ਼ ਦਾ ਵੀ ਨੋਟਿਸ ਲਿਆ ਜਾ ਰਿਹਾ। ਔਰ ਜੋ ਬਾਈਡਨ ਇਸ ਚੀਜ਼ ਨੂੰ ਸੀਰੀਅਸਲੀ ਲੈ ਰਹੇ ਨੇ ਕਿ ਯਾਰ ਤੁਸੀਂ ਪ੍ਰੈਜ਼ੀਡੈਂਟ ਆਫ ਅਮਰੀਕਾ ਰਹਿ ਚੁੱਕੇ ਹੋ, ਤੇ ਆ ਕੀ ਸ਼ਬਦਾਵਲੀ ਤੁਸੀਂ ਇਸਤੇਮਾਲ ਕੀਤੀ ਹੈ ਆਪਣੀ ਗ੍ਰੇਟ ਕੰਟਰੀ ਵਾਸਤੇ। ਇੱਕ ਪਾਸੇ ਤੁਸੀਂ ਗ੍ਰੇਟ ਕਹਿੰਦੇ ਹੋ, ਦੂਸਰੇ ਪਾਸੇ ਤੁਸੀਂ ਕੂੜਾਦਾਨ ਕਹਿੰਦੇ ਪਏ ਹੋ। ਵਾਈ? ਕੁਝ ਰੀਜ਼ਨਸ ਨੇ, ਕੁਝ ਪ੍ਰੋਬਲਮਸ ਨੇ, ਉਹਨਾਂ ਨੂੰ ਸੌਰਟ ਆਊਟ ਕੀਤਾ ਜਾ ਸਕਦਾ ਹੈ। ਪਰ ਇੰਨਾ ਲੰਬਾ ਇਤਿਹਾਸ ਸਾਡਾ ਅਮਰੀਕਾ ਦਾ, 200 ਸਾਲ ਤੋਂ ਵੱਧ ਪੁਰਾਣੀ ਸਾਡੀ ਡੈਮੋਕ੍ਰੇਸੀ, 250 ਈਅਰਸ, ਔਰ ਤੁਸੀਂ ਕੂੜਾਦਾਨ ਕਹਿ ਦਿੱਤਾ। ਔਰ ਮਾਡਰਨ ਡੈਮੋਕ੍ਰੇਸੀ ਦੀ ਪਰਿਭਾਸ਼ਾ ਅਸੀਂ ਦਿੰਦੇ ਹਾਂ, ਔਰ ਤੁਸੀਂ ਇਹ ਕਿੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ। ਸੋ ਜੋ ਬਾਈਡਨ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ, ਔਰ ਹਰੇਕ ਅਮਰੀਕਨ ਨੂੰ, ਜੋ ਸੱਚਾ ਅਮਰੀਕਨ ਹੈ, ਉਸ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੋਏਗਾ। ਡੋਨਲਡ ਟਰੰਪ should not have said this kind of words. So ਹੁਣ ਇਹ ਹੋ ਚੁੱਕਾ ਹੈ, ਹਿਸਟਰੀ ਹੈ, ਉਹਨਾਂ ਨੇ ਕਹਿ ਦਿੱਤਾ, ਔਰ ਜ਼ੁਬਾਨ 'ਚੋਂ ਗੱਲ ਨਿਕਲ ਗਈ, ਵਾਪਸ ਤਾਂ ਆਉਂਦੀ ਨਹੀਂ, ਹੋ ਗਿਆ। ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਕਾਫੀ ਨਿੰਦਿਆ ਜਾ ਰਿਹਾ। ਔਰ ਨਾਲ ਡੋਨਲਡ ਟਰੰਪ ਇੱਕ ਹੋਰ ਕੋਸ਼ਿਸ਼ ਵੀ ਕਰ ਰਹੇ ਨੇ, ਜੋ ਸਿਸਟਮ ਚੱਲਦਾ ਪਿਆ ਹੈ, ਪ੍ਰੋਸੈਸ ਚੱਲਦਾ ਪਿਆ ਹੈ ਇਲੈਕਸ਼ਨਸ ਦਾ, ਉਹਦੇ ਲਈ ਡਾਊਟ ਕ੍ਰੀਏਟ ਕਰਨਾ। ਜਿਸ ਤਰ੍ਹਾਂ ਕਮਲਾ ਹੈਰਿਸ ਡਾਊਟ ਕ੍ਰੀਏਟ ਕਰਦੇ ਨੇ ਡੋਨਲਡ ਟਰੰਪ ਦੀ ਕਾਬਲੀਅਤ ਨੂੰ ਲੈ ਕੇ, ਹੀ ਇਜ਼ ਨਾਟ ਫਿਟ ਟੂ ਬੀ ਦ ਪ੍ਰੈਜ਼ੀਡੈਂਟ ਆਫ ਅਮਰੀਕਾ, ਉਸੇ ਤਰ੍ਹਾਂ ਹੀ ਟਰੰਪ ਡਾਊਟ ਕ੍ਰੀਏਟ ਕਰਦੇ ਨੇ ਕਿ ਜੇ ਮੈਂ ਹਾਰ ਗਿਆ ਤਾਂ ਇਹ ਠੱਗੀ ਹੈ। ਮਤਲਬ ਸਿਸਟਮ ਦੇ ਉੱਤੇ ਇਤਰਾਜ਼, ਕੁਐਸਚਨ ਮਾਰਕ ਲਗਾਉਣ ਦੀ ਕੋਸ਼ਿਸ਼, ਡਾਊਟ ਕ੍ਰੀਏਟ ਕਰਨ ਦੀ ਕੋਸ਼ਿਸ਼। ਔਰ ਆਫੀਸ਼ੀਅਲਸ ਕਹਿੰਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਸਿਸਟਮ ਬਿਲਕੁਲ ਠੀਕ, ਕਰੈਕਟ ਆ, ਬਿਲਕੁਲ ਸਹੀ ਕੰਮ ਕਰ ਰਿਹਾ, ਕੋਈ ਪ੍ਰੋਬਲਮ ਨਹੀਂ। ਔਰ ਜਦੋਂ ਸਿਸਟਮ ਦੀ ਗੱਲ ਹੁੰਦੀ ਹੈ ਤਾਂ ਫਿਰ ਮਾਈਗ੍ਰੇਸ਼ਨ ਦੇ ਉੱਤੇ ਗੱਲ ਹੁੰਦੀ ਆ, ਤਾਂ ਡੋਨਲਡ ਟਰੰਪ ਕਹਿੰਦੇ ਨੇ ਸਿਸਟਮ ਇਜ਼ ਬ੍ਰੋਕਨ, ਟੁੱਟ ਚੁੱਕਾ ਹੈ। ਇਮੀਗ੍ਰੇਸ਼ਨ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਪਤਾ ਨਹੀਂ ਕੌਣ ਆ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਰਹੇ ਨੇ। ਦਿਸ ਇਜ਼ ਨਾਟ ਅਲਾਊਡ, ਔਰ ਮੈਂ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ। ਔਰ ਕਮਲਾ ਹੈਰਿਸ ਇਸ ਚੀਜ਼ ਨੂੰ ਨਜਿੱਠਦੇ ਨੇ ਕਿ
सिस्टम इज़ नॉट ब्रोकन, सिस्टम नहीं टुटिया, सिस्टम दे विच कमजोरियां हो सकदियां ने और जिस वक्त सिस्टम बनाया गया उस वक्त उस टाइम के मुताबिक बिल्कुल सही सी और अज समय की जरूरत होर कुछ है, उहदे मुताबिक सिस्टम चेंज हो रहा और चेंज करांगे असी और उहदे लई कोशिश भी की जा रही है और तुसी ही उहदे उत्ते रोक लगाई हुई है, कोर्ट दे विच केसिस पेंडिंग करवा के उन्होंने पॉज करवाया होया, जो डिसीजनस ने उन्होंने उत्ते स्टे करवाई हुई है। दिस इज़ योर फॉल्ट। जिस प्रॉब्लम नूं असीं हल करना चाहुंदे हां, फिक्स करना चाहुंदे हां, तुसीं हल नहीं होण देना चाहुंदे, कारण तुसीं इहदे उत्ते वोट बैंक खड़ा करना है और वोट बैंक की राजनीति यही होंदी है कि प्रॉब्लम नूं सॉल्व नहीं करना, प्रॉब्लम का रौला पाई जाना है, प्रोपेगेंडा एजेंडा लैके चलना है, शोर पाउणा है, प्रॉब्लम नूं फिक्स नहीं करना, उन्होंने हल नहीं करना, क्योंकि उहदे आले दुआले राजनीति बुननी है, वही तो वोट बैंक है, लोगों को इमोशनली चार्ज करना है। ये कमला हैरिस कह रहे हैं क्योंकि क्लोजिंग स्टेटमेंट्स चल रही हैं, हफ्ता रह गया जी, हफ्ते के बाद डिसाइड हो जाना है दुनिया किधर नूं जानी है। यस, क्योंकि पूरी दुनिया देखती पई है इसनूं और पूरी दुनिया के उत्ते इहदा असर होने वाला है। नवंबर 5 तुसीं जे कहो ना पूरी दुनिया इसनूं अपने इंडिपेंडेंस डे के रूप में देखे तो कोई गलत स्टेटमेंट नहीं होएगी, रिजल्ट्स आउण दिओ, उस तो बाद पता लगूगा। बहुत चैलेंजिंग आ ये ईयर, बहुत चैलेंजिंग आ ये डेट, ना कि सिर्फ अमेरिका वास्ते, पूरी दुनिया वास्ते। दैट इज़ वाई और दुनिया का इहदे उत्ते पूरा ध्यान है। इकनॉमिक पॉलिसीज़ ਇਹਦਾ खास करके, क्योंकि जिदा ये कहते हैं ट्रेड वॉर शुरू करनी है, मैं ट्रंप कहते हैं और किते ना किते वॉल स्ट्रीट इस गल नूं लैके तुरदी पई आ कि जिहड़ा ये ट्रेड वॉर है, जिन्हों ये ट्रंप इफेक्ट कहते हैं, कहते इसने ट्रंप नूं जिता देना, ये बैट लगदियां पईयां ने, उन्हां दियां शर्तां लगदियां पईयां ने आपस दे विच, ये ट्रंप इफेक्ट, ये अमेरिका दियां कंपनीज़ नूं, लोकल कंपनीज़ नूं, उन्हां दे स्टॉक नूं, उन्हां दे शेयर्स नूं उपर लैके जाएगा और दुनिया दी बाकी कंपनीज़ जिहड़ियां ने उन्हां दे उत्ते किते ना किते टैरिफ्स, टैक्स, और वो लोग अपने आप को जस्टिफाई करने वास्ते पैसा लगाउणगे, क्यों कि अमेरिका दे टैक्स सिस्टम तो बचना चाहुंदे ने। वाई? क्योंकि चाइना दी एग्जाम्पल है सामने, हालांकि चाइना अगे वधदा पिया और दुनिया दी जिहड़ियां मेन मार्केट्स ने उन्होंने कैप्चर करने की कोशिश करता पिया, जिहड़ियां दुनिया दी मेन इंडस्ट्रीज़ ने उन्होंने कैप्चर करने की कोशिश करता पिया और इस दे बावजूद भी कि अमेरिका ने उहदे उत्ते टैरिफ्स लगाए हुए ने, बैन्स लगाए हुए ने, कई कट्स लगाए हुए हैं और उसका सामना करते हुए भी अगे वधदा पिया। और इस चीज़ का एग्जाम्पल लैके इन्वेस्टर्स सोचते हैं ਵੱਖ-ਵੱਖ कंट्रीज़ ਦੇ ਵਿੱਚ बैठे हुए कि डोनाल्ड ट्रंप जो बनते हैं किस तरह की गेम ਚੱਲੇਗੀ ਉਹਨਾਂ ਦੀ, तो उस दे मुताबिक सानू कितना फ्लैक्सीबल होना पएगा ताकि असी अमेरिका नाल ट्रेड कर सकीए और ट्रेड वॉर तो बच सकीए, क्योंकि डॉलर ਇਹਦੇ ਵਿੱਚ खास भूमिका निभाने वाला है। जो एलन मस्क कहते हैं कि एक कमीशन बनाया जाएगा फैडरल रिजर्व की, असी ऑडिट करांगे, तो उहदे विच $2 ट्रिलियन इसनूं कट करना है अमेरिका के एक्सपेंसिस विचों। इस तरह की कोई स्कीम जिन्हों डोनाल्ड ट्रंप भी कोट कर चुके हैं कि ये जो फिजूल खर्चियां ने, तो ये नाल एक टर्मोइल जरूर आएगा इकोनॉमी दे विच, जे ये कीता जांदा तां इकोनॉमी दे विच शेक आएगा जरूर किसी एक मोमेंटरी टाइम दे विच। ये सारे जो डोनाल्ड ट्रंप साइड दे या एलन मस्क साइड दे सारे फाइनैंशियल एक्सपर्ट्स ने उन्होंने ये राय आ, पर यह परमानेंट नहीं होएगा, क्योंकि जो चेंज आती है थोड़ी बहुत उहदे नाल कुछ ना कुछ फर्क तो पैंदा ही है। सिस्टम एकदम ट्रैक ते नहीं ना हुंदा, जिहड़ा ट्रैक ते चलदा पिया तुसीं उहनूं ट्रैक तो ला के नवें ट्रैक ते पहुंचदे हो तां थोड़ी देर वास्ते खड़ोत तां आउंदी आ, पर उस तो बाद फिर तो सिस्टम वर्क करन लग पैंदा। इस चीज़ की एश्योरेंस दे रहे हैं कि एक टैंपरेरी हार्डशिप जरूर हो सकती है लोगों वास्ते, बट परमानेंट नहीं हो सकती इफ डोनाल्ड ट्रंप जितते हैं। ये सारी इकोनॉमी है और इस चीज़ को पूरी दुनिया देखती पई है, एक ट्रेड वॉर की होने वाली है। और इस चीज़ को देखते हुए जिहड़ा मिडल ईस्ट है उन्होंने जिहड़ी ऑयल मनी है, जिसनों पहला अपनी मर्जी नाल वॉल स्ट्रीट के एक्सपर्ट्स, फाइनैंशियल एक्सपर्ट्स इन्वेस्ट करते सी, इस्तेमाल करते सी, और ऑयल मनी विच अरेबियन कंट्रीज़ नूं, मिडल ईस्ट नूं, उन्हां दी कंपनीज़ नूं कट्स दिंदे सी, उहदे उत्ते हुण अलर्ट हो गए ने अरेबियन कंट्रीज़ वाले, ऑयल मनी वाले। नो कट असी अपने मुताबिक देखांगे या रूल्स साडे चलणगे, क्योंकि पैसा साडा है, तुहाडे हथ नहीं देवांगे, क्योंकि तुसी कुछ होर प्रिपेयर कर रहे पे हो, तुसी ट्रेड वॉर प्रिपेयर करते पे हो, तो असी अपने हथियार तुहानूं किवें दे सकते हैं, तुहाडे अगे सरेंडर किवें कर सकते हैं। नाओ बैठो टेबल दे उत्ते, असी देखांगे हुण किद्दां गेम खेडणी है। तो वॉल स्ट्रीट इत्थे आके फिर शिकंजा कस जांदा, सिंह फस गए जी।
ਆਇਲ ਮਨੀ ਵਾਲਿਆਂ ਵਿੱਚ ਤੇ ਵਾਲ ਸਟਰੀਟ ਦੇ ਐਕਸਪਰਟਸ ਦੇ ਵਿੱਚ ਸਿੰਘ ਫਸ ਗਏ, ਕਿਉਂਕਿ ਮੇਨ ਤਾਂ ਉੱਥੋਂ ਹੀ ਪੈਸਾ ਹੁੰਦਾ। ਇਟ ਇਜ਼ ਬਲੈਕ ਗੋਲਡ, ਕੱਚਾ ਤੇਲ, ਔਰ ਇਹ ਪੂਰੀ ਦੁਨੀਆ ਦੇ ਵਿੱਚ ਹਰ ਚੀਜ਼ ਦੀ ਕੀਮਤ ਨੂੰ ਤੈਅ ਕਰਦਾ। ਇਜ਼ਰਾਈਲ ਦੇ ਨਾਲ, ਗਾਜ਼ਾ ਦੇ ਨਾਲ ਜਿਹੜੀ ਇਹ ਮਿਡਲ ਈਸਟ ਦੇ ਵਿੱਚ ਵਾਰ ਲੱਗੀ ਹੋਈ ਹੈ, ਕੱਚੇ ਤੇਲ ਦੀਆਂ ਕੀਮਤਾਂ ਕੀ ਹੋਣਗੀਆਂ, ਇਹ ਸਾਰਾ ਡਿਪੈਂਡ ਕਰਦਾ। ਸੋ ਇਹ ਵਾਰ ਹੈ, ਇਟ ਇਜ਼ ਅ ਵਾਰ। ਅਮਰੀਕਾ ਸਟੇਟਮੈਂਟ ਦੇ ਚੁੱਕਾ ਹੈ ਕਿ ਇਜ਼ਰਾਈਲ ਨਾਲ ਤੇ ਈਰਾਨ ਨਾਲ ਜੋ ਸਾਡੇ ਵਪਾਰਿਕ ਸੰਬੰਧ ਨੇ ਉਹ ਆਇਲ ਨੂੰ ਲੈ ਕੇ, ਉਹ ਅਸੀਂ ਦੇਖਣਾ ਹੈ ਕਿ ਕਿੱਧਰੋਂ ਸਾਨੂੰ ਜ਼ਿਆਦਾ ਬੈਨੀਫਿਟ ਹੈ। ਵਪਾਰ ਆਪਣੀ ਜਗ੍ਹਾ, ਲੜਾਈ ਆਪਣੇ ਮੁੱਦਿਆਂ ਦੇ ਉੱਤੇ, ਦੋਵੇਂ ਚੀਜ਼ਾਂ ਚੱਲਣਗੀਆਂ। ਲਾਈਕਵਾਈਜ਼ ਚਾਈਨਾ ਨਾਲ ਵਪਾਰ ਹੈ, ਪਰ ਨਾਲ ਇਹ ਵੀ ਹੈ ਕਿ ਜਿਹੜੀ ਸਪੇਸ ਆਰਮੀ ਆ ਉਹ ਤਿਆਰ ਹੋ ਰਹੀ ਆ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ, ਕਿਉਂਕਿ ਜੋ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਦੀ ਰਿਪੋਰਟਿੰਗ ਆ ਉਹਦੇ ਮੁਤਾਬਿਕ ਤਿਆਰ ਹੋ ਰਹੀ ਹੈ ਕਿ ਜੋ ਚਾਈਨਾ ਤੇ ਅਮਰੀਕਾ ਦੇ ਵਿੱਚ ਜੇ ਖੁਦਾ ਨਾ ਖਾਸਤਾ, ਰੱਬ ਨਾ ਕਰੇ, ਗॉड ਫॉरबिड, ਜੇ ਲੜਾਈ ਕਿਤੇ ਛਿੜ ਗਈ ਤਾਂ ਉਹ ਬਾਕੀ ਵਾਰਸ ਵਾਕਰ ਨਹੀਂ ਹੋਏਗੀ, ਕੁਝ ਅਲੱਗ ਹੋਏਗੀ, ਦੁਨੀਆ ਤੋਂ ਅਲੱਗ ਹੋਏਗੀ, ਕਿਉਂਕਿ ਨਿਊਕਲੀਅਰ ਪਾਵਰਸ ਨੇ ਔਰ ਇੱਧਰ ਲੌਬੀ ਆ ਪੂਰੀ ਖੜੀ ਆ, ਰਸ਼ੀਆ, ਚਾਈਨਾ, ਨਾਰਥ ਕੋਰੀਆ, ਈਰਾਨ, ਸੋ ਇੱਧਰ ਨਾਟੋ ਕੰਟਰੀਜ਼, ਯੂਰਪ, ਇਹ ਸਾਰਾ ਖੜਾ ਹੈ। ਸੋ ਇਹ ਵਾਰ ਕੁਝ ਅਲੱਗ ਜੀ ਹੋਏਗੀ, ਬਟ गॉड फॉरबिड ਇੱਦਾਂ ਦਾ ਨਾ ਹੋਵੇ, ਕਿਉਂਕਿ ਤਾਈਵਾਨ ਦਾ ਇਸ਼ੂ ਮਗਿਆ ਹੋਇਆ। ਤਾਈਵਾਨ ਨੇ ਕੁਝ ਇੰਡਸਟਰੀ ਆਪਣੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਵੀ ਸ਼ਿਫਟ ਕੀਤੀ ਆ ਸਿਕਿਉਰਿਟੀ ਪਰਪਸ। ਹਰ ਚੀਜ਼ ਡਾਟਸ ਮਿਲਾ ਕੇ ਦੇਖੋ, ਕਿਤੇ ਨਾ ਕਿਤੇ ਹਰ ਦੇਸ਼ ਆਪਣਾ ਫਾਇਦਾ ਦੇਖਦਾ, ਔਰ ਦੇਖਣਾ ਚਾਹੀਦਾ ਵੀ ਆ। ਅੱਜ ਦੀ ਦੁਨੀਆ ਦੇ ਵਿੱਚ ਨਾ, ਜਿੱਦਾਂ ਆਮ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕੋਈ ਕਿਸੇ ਦਾ ਸਗਾ ਨਹੀਂ, ਸਭ ਆਪਣਾ ਆਪਣਾ ਫਾਇਦਾ ਦੇਖਦੇ ਨੇ, ਬਟ ਬਾਰਿੰਗ ਕੁਝ ਅਲੱਗ ਲੋਕ ਵੀ ਹੁੰਦੇ ਨੇ ਜੋ ਆਪਣਾ ਫਾਇਦਾ ਨਹੀਂ ਦੇਖਦੇ, ਸਭ ਦਾ ਫਾਇਦਾ ਦੇਖਦੇ ਨੇ। ਇੱਦਾਂ ਦੇ ਲੋਕ ਹੁੰਦੇ ਨੇ ਜੋ ਦਿਲੋਂ ਬੜੇ ਖੂਬਸੂਰਤ ਮਨ ਦੇ ਲੋਕ ਹੁੰਦੇ ਨੇ, ਉਹਨਾਂ ਦਾ ਮਨ ਬੜਾ ਸੋਹਣਾ ਹੁੰਦਾ, ਉਹ ਲੋਕ ਹੁੰਦੇ ਨੇ। ਔਰ ਸੱਚ ਪੁੱਛੋ ਤਾਂ ਉਹਨਾਂ ਦੇ ਸਿਰ ਤੇ ਦੁਨੀਆ ਟਿਕੀ ਹੋਈ ਹੈ। ਜੇ ਆ ਜਿਹੜੇ ਲੁੱਟ ਖੋਹ ਮਚਾਉਣ ਵਾਲੇ ਨੇ ਕਿਸੇ ਵੀ ਲੈਵਲ ਦੇ ਉੱਤੇ, ਜੇ ਉਹਨਾਂ ਦੇ ਸਿਰ ਦੇ ਉੱਤੇ ਦੁਨੀਆ ਚੱਲਦੀ ਹੋਈ ਤਾਂ ਦੁਨੀਆ ਹੁਣ ਤੱਕ ਕਦੋਂ ਦੀ ਲੱਭਣੀ ਨਹੀਂ ਸੀ। ਇਹ ਲੱਭਦੀ ਤਾਂ ਪਈ ਹੈ ਕਿਉਂਕਿ ਉਹ ਸੋਹਣੇ ਮਨ ਵਾਲੇ, ਸੋਹਣੀ ਸੋਚ ਵਾਲੇ ਲੋਕ ਜੋ ਆਪਣਾ ਨਹੀਂ ਸਭ ਦਾ ਸੋਚਦੇ ਨੇ, ਉਹਨਾਂ ਦੇ ਸਿਰ ਦੇ ਉੱਤੇ ਦੁਨੀਆ ਚੱਲਦੀ ਹੈ। ਔਰ ਇੱਦਾਂ ਹਰ ਫੀਲਡ ਦੇ ਵਿੱਚ ਨੇ, ਹਰ ਦੇਸ਼ ਦੇ ਵਿੱਚ ਨੇ, ਹਰ ਲੈਵਲ ਤੇ ਬੈਠੇ ਨੇ ਲੋਕ। ਅੱਛਾਈ ਹਰ ਥਾਂ ਤੇ ਮਿਲਦੀ ਹੈ, ਤੁਹਾਨੂੰ ਲੱਭਣ ਦੀ ਲੋੜ ਪੈਂਦੀ ਹੈ। ਸੋ ਬੈਕ ਟੂ ਦ ਪੁਆਇੰਟ ਨਾਓ, ਇਕੋਨਮੀ ਦਾ ਇਹ ਹਾਲ, ਇਸ ਚੀਜ਼ ਕਰਕੇ ਪੂਰੀ ਦੁਨੀਆ ਦੇਖਦੀ ਪਈ ਆ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦਾ ਕੀ ਹਾਲ ਹੋਏਗਾ, ਉਹਨਾਂ ਦਾ ਕੀ ਰਿਜ਼ਲਟ ਹੋਏਗਾ। ਕਿਉਂਕਿ ਜੋ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਇੰਟਰਸਟ ਘਟ ਗਿਆ ਸੀ, ਲੋਕਾਂ ਨੂੰ ਧਿਆਨ ਨਹੀਂ ਰਿਹਾ ਸੀ, ਲੋਕ ਕਹਿੰਦੇ ਸੀ ਕਿ ਆਮ ਲੋਕਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ, ਐਲੀਟ ਕਲਾਸ ਉੱਪਰ ਬੈਠੇ ਜਿਹੜੇ 1% ਨੇ ਉਹੀ ਦੇਸ਼ ਨੂੰ ਚਲਾਉਂਦੇ ਨੇ, ਪੋਲੀਟੀਕਲ ਲੀਡਰਸ ਤੇ ਕਾਰਪੋਰੇਟ ਲੀਡਰਸ ਦੋਵਾਂ ਦੀ ਆਪਸ ਦੇ ਵਿੱਚ ਮਿਲੀ ਭਗਤ ਹੈ, ਉਹਨਾਂ ਦੇ ਮੁਤਾਬਿਕ ਪਾਲਿਸੀਜ਼ ਬਣਦੀਆਂ ਨੇ, ਉਹ ਸਪਾਂਸਰ ਕਰਦੇ ਨੇ ਪੋਲੀਟੀਕਲ ਪਾਰਟੀਜ਼ ਨੂੰ, ਤਮਾਮ ਤਰ੍ਹਾਂ ਦੀਆਂ ਗੱਲਾਂ। ਬਟ ਨਾਓ 2024 ਇਹਦੇ ਵਿੱਚ ਕੁਝ ਇੱਦਾਂ ਦੀ ਹਲਚਲ ਹੋਈ ਹੈ ਕਿ ਹਰੇਕ ਬੰਦੇ ਦਾ ਇੰਟਰਸਟ ਪੈਦਾ ਹੋ ਗਿਆ ਹੈ ਪੋਲੀਟਿਕਸ ਦੇ ਵਿੱਚ, ਔਰ ਹਰ ਬੰਦਾ ਆਪਣੀ ਭੂਮਿਕਾ ਨਿਭਾਉਣਾ ਚਾਹੁੰਦਾ, ਆਪਣਾ ਰੋਲ ਅਦਾ ਕਰਨਾ ਚਾਹੁੰਦਾ, ਸ਼ੇਕ ਕਰੇਗਾ ਸਿਸਟਮ ਨੂੰ। ਯੈਸ, ਲਾਈਕਵਾਈਜ਼ ਜਿਹੜੇ ਬਾਹਰ ਬੈਠੇ ਨੇ ਵੋਟਰਸ, ਉਹਨਾਂ ਦੀ ਤਾਂ ਸਟੇਟਮੈਂਟਸ ਆ ਰਹੀਆਂ ਨੇ ਕਿ ਸਾਡੀ ਵੀ ਯਾਦ ਆ ਗਈ, ਹੁਣ ਅਸੀਂ ਵੀ ਸਿਸਟਮ ਹਿਲਾਉਣਾ। ਇਹ ਸਾਰੇ ਜਾਣੇ ਸ਼ੇਕ ਕਰਨਗੇ। ਸਿਸਟਮ ਹਿਲਾਉਣ ਦਾ ਮਤਲਬ ਇਹ ਹੁੰਦਾ ਕਿ ਸਿਸਟਮ ਦੇ ਵਿੱਚ ਜਿਹੜੀ ਗੰਦਗੀ ਹੈ, ਕੂੜਾ ਹੈ, ਝਾੜ ਦਿਓ। ਜਿੱਥੇ ਚੇਂਜ ਕਰਨ ਦੀ ਲੋੜ ਹੈ ਚੇਂਜ ਕਰੋ, ਕਿਉਂਕਿ ਆਉਣ ਵਾਲਾ ਸਮਾਂ ਯੰਗ ਜਨਰੇਸ਼ਨ ਨੂੰ ਬਿਲੋਂਗ ਕਰਦਾ। ਪੁਰਾਣੀਆਂ ਚੀਜ਼ਾਂ ਨਹੀਂ ਚੱਲਣਗੀਆਂ, ਨਵੀਆਂ ਚੀਜ਼ਾਂ ਆਉਣਗੀਆਂ। ਪੁਰਾਣੀਆਂ ਚੀਜ਼ਾਂ 'ਚੋਂ ਛਾਂਟ ਕੇ ਜਿਹੜੀਆਂ ਕੰਮ ਦੀਆਂ ਨੇ ਉਹ ਲਈਆਂ ਜਾਣਗੀਆਂ ਫਿਲਟਰ ਕਰਕੇ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਜਿਹੜੀ ਸਾਲਾਨਾ ਮੀਟਿੰਗ, ਉਹਦੇ ਵਿੱਚ ਵੀ ਇਹੀ ਗੱਲ ਹੋਈ ਕਿ ਚਾਹੇ ਵਰਲਡ ਬੈਂਕ ਹੈ, ਚਾਹੇ ਇੰਟਰਨੈਸ਼ਨਲ ਮੋਨਿਟਰੀ ਫੰਡ ਹੈ, ਚਾਹੇ ਵਰਲਡ ਟ੍ਰੇਡ ਆਰਗੇਨਾਈजेशन है, चाहे वर्ल्ड इकोनॉमिक फोरम है, चाहे इटसेल्फ यूनाइटेड नेशंस ऑर्गेनाइजेशन है, चाहे वर्ल्ड कोर्ट है, क्रिमिनल कोर्ट है, एनीथिंग, एनी इंस्टीट्यूशन ਜਿਹਦੇ ਵਿੱਚ ਸਾਰੇ ਸੜੇ ਹੋਏ ਸਿਸਟਮ ਕੰਮ ਕਰਦੇ ਪਏ ਨੇ, ਜਿਨ੍ਹਾਂ ਨੂੰ ਓਵਰਹੋਲਿੰਗ ਦੀ ਜ਼ਰੂਰਤ ਹੈ, ਚੇਂਜ ਕਰਨ ਦੀ ਜ਼ਰੂਰਤ ਹੈ, ਉਹਨੂੰ ਚੇਂਜ ਕਰਨਾ ਚਾਹੀਦਾ। ਕਿਉਂਕਿ ਯੰਗ ਜਨਰੇਸ਼ਨ ਦੀ ਸੋਚ ਦੇ ਮੁਤਾਬਿਕ ਉਹਨੂੰ ਚੱਲਣਾ ਚਾਹੀਦਾ, ਤਾਂ ਹੀ ਉਹ ਜੈਲ ਕਰੇਗੀ ਅੱਜ ਦੇ ਸਿਸਟਮ ਦੇ ਮੁਤਾਬਿਕ, ਔਰ ਉਹਨੂੰ ਸਪੋਰਟ ਮਿਲੇਗੀ ਔਰ ਉਹ ਸਕਸੈਸਫੁਲ ਹੋ ਸਕਦੀ। ਕਿਉਂਕਿ ਬਿਨਾਂ ਲੋਕਾਂ ਦੀ ਸਪੋਰਟ ਤੋਂ ਕੋਈ ਸਿਸਟਮ ਸਕਸੈਸਫੁਲ ਨਹੀਂ ਹੋ ਸਕਦਾ। ਦੈਟ ਇਜ਼ ਵਾਈ। ਔਰ ਇੱਧਰ ਡੋਨਲਡ ਟਰੰਪ ਵੀ ਇਹੀ ਗੱਲ ਕਹਿੰਦੇ ਨੇ, ਮੈਂ ਸਭ ਕੁਝ ਚੇਂਜ ਕਰ ਦਾਂਗਾ, ਓਵਰਹੋਲਿੰਗ। ਔਰ ਯੰਗ ਜਨਰੇਸ਼ਨ ਨੂੰ ਕਿਤੇ ਨਾ ਕਿਤੇ ਇਹ ਚੀਜ਼ ਅਪੀਲ ਕਰਦੀ ਬਈ ਨਵੀਂ ਚੀਜ਼ ਬਣਨ ਲੱਗੀ ਹੈ ਪੁਰਾਣੇ ਸਿਸਟਮ ਤੋਂ ਹਟ ਕੇ। ਬਟ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ, ਪੁਰਾਣਾ ਸਿਸਟਮ ਬਿਲਕੁਲ ਇਹ ਥੋੜਾ ਕਿ ਚੁੱਕ ਕੇ ਉਹਨੂੰ ਕਬਾੜਖਾਨੇ ਸੁੱਟ ਦੇਵਾਂਗੇ। ਨੋ, ਪੁਰਾਣੇ ਸਿਸਟਮ 'ਚ ਬਹੁਤ ਵਧੀਆ ਵਧੀਆ ਗੱਲਾਂ ਨੇ, ਐਵੇਂ ਤਾਂ ਨਹੀਂ 250 ਸਾਲ ਤੋਂ ਕੰਮ ਕਰਦਾ ਪਿਆ ਡੈਮੋਕ੍ਰੇਸੀ ਆਫ ਅਮਰੀਕਾ। ਸਿਸਟਮ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਅਪਣਾਉਣਾ ਹੈ
ਤੇ ਜਿਹੜੀਆਂ ਨਵੀਆਂ ਗੱਲਾਂ ਨੇ ਉਹਨਾਂ ਨੂੰ ਲੈ ਕੇ ਆਉਣਾ ਹੈ। ਇਟਸ ਲਾਈਕ ਮਸ਼ੀਨ ਕੰਮ ਕਰ ਰਹੀ ਹੈ। ਜਿਹੜੇ ਪੁਰਜ਼ੇ ਖਰਾਬ ਹੋ ਗਏ ਚੇਂਜ ਕਰ ਦਿਓ, ਨਵੇਂ ਪੁਰਜ਼ੇ ਪਾਓ, ਹੋਰ ਮੋਡੀਫਾਈ ਕਰੋ, ਮਸ਼ੀਨ ਨੂੰ ਨਵਾਂ ਕਰ ਦਿਓ। ਮਸ਼ੀਨ ਨੂੰ ਚੁੱਕ ਕੇ ਸਿੱਟ ਥੋੜਾ ਦੇਣਾ, ਫਿਰ ਨਵੀਂ ਮਸ਼ੀਨ ਕਿੱਥੋਂ ਲੈ ਕੇ ਆਉਣੀ ਹੈ? ਨੋ, ਮਸ਼ੀਨ ਨੂੰ ਰਿਪੇਅਰ ਕਰੋ, ਮਸ਼ੀਨ ਨੂੰ ਓਵਰਹੌਲ ਕਰੋ, ਮਸ਼ੀਨ ਨੂੰ ਸਾਫ਼ ਸੁਥਰੀ ਕਰੋ, ਪੁਰਜ਼ੇ ਚੇਂਜ ਕਰੋ, ਮੋਡੀਫਾਈ ਕਰੋ। ਯੈਸ, ਮਸ਼ੀਨ ਕੰਮ ਕਰ ਰਹੀ ਹੈ, ਉਹੀ ਤਾਂ ਆਧਾਰ ਹੈ, ਦ ਕੌਨਸਟੀਟਿਊਸ਼ਨ ਆਫ ਅਮਰੀਕਾ। ਸੋ ਇਹ ਐਕਸਪਰਟਸ ਦੀ ਰਾਏ ਹੈ, ਜੋ ਸਾਰੇ ਸੁਣਦੇ ਵੀ ਨੇ, ਮੰਨਦੇ ਵੀ ਨੇ, ਤੇ ਕੁਝ ਆਪਣੀਆਂ ਮਨਮਾਨੀਆਂ ਵੀ ਕਰਦੇ ਨੇ, ਪਰ ਉਹਨਾਂ ਨੂੰ ਵੀ ਟਰੈਕ ਤੇ ਆਉਣਾ ਹੀ ਪੈਣਾ ਹੈ। ਮਨਮਾਨੀਆਂ ਨਹੀਂ ਚੱਲਣਗੀਆਂ, ਚੱਲੇਗਾ ਤੇ ਸੰਵਿਧਾਨ ਹੀ ਚੱਲੇਗਾ। ਸੋ ਇਸ ਗੱਲ ਨੂੰ ਸਮਝਣਾ ਚਾਹੀਦਾ। ਔਰ ਕਮਲਾ ਹੈਰਿਸ ਜਦੋਂ ਅਟੈਕ ਮਾਰਦੇ ਨੇ ਨਾ ਡੋਨਲਡ ਟਰੰਪ ਦੇ, ਤਾਂ ਇਸ ਗੱਲ ਦੇ ਉੱਤੇ ਜ਼ਰੂਰ ਜ਼ੋਰ ਦਿੰਦੇ ਨੇ ਕਿ ਡੋਨਲਡ ਟਰੰਪ ਕਹਿੰਦੇ ਨੇ ਕਿ ਮੈਨੂੰ ਪਾਵਰ ਦੇ ਦਿਓ ਤੇ ਮੈਨੂੰ ਖੁੱਲ੍ਹਾ ਛੱਡ ਦਿਓ, ਜੋ ਮੈਂ ਕਰ ਦੇਵਾਂ ਉਹੀ ਸਹੀ ਹੈ। ਇਹ ਹੁਣ ਕਮਲਾ ਹੈਰਿਸ ਦੀ ਸਟੇਟਮੈਂਟ ਹੈ। ਇਸ ਤਰ੍ਹਾਂ ਕਰੈਕਟਰ ਨੂੰ ਡਿਫਾਈਨ ਕਰਦੇ ਨੇ ਡੋਨਲਡ ਟਰੰਪ ਦੇ ਨੂੰ, ਔਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਵਿਦਿਨ ਦ ਲਿਮਿਟਸ ਚੱਲਦੀ ਹਾਂ, ਮੇਰਾ ਫਰੇਮਵਰਕ ਬਿਲਕੁਲ ਕਲੀਅਰ ਆ, ਆਈ ਐਮ ਬਾਈਂਡ ਬਾਈ ਦ ਬੁੱਕ। ਔਰ ਡੋਨਲਡ ਟਰੰਪ ਦੀ ਆਪਣੀ ਪਲੇਬੁੱਕ ਆ, ਖੈਰ ਡੈਮੋਕ੍ਰੇਟਸ ਦੀ ਵੀ ਆਪਣੀ ਪਲੇਬੁੱਕ ਆ। ਪਲੇਬੁੱਕ ਤੇ ਸਾਰਿਆਂ ਦੀ ਹੁੰਦੀ, ਹਰ ਇੰਡੀਵਿਜੂਅਲ ਦੀ ਪਲੇਬੁੱਕ ਹੁੰਦੀ, ਤੁਹਾਡੀ ਵੀ ਹੈ, ਮੇਰੀ ਵੀ ਹੈ। ਪਲੇਬੁੱਕ ਮੀਨਸ ਕਿ ਜਿਨ੍ਹਾਂ ਵੈਲਿਊਜ਼ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ, ਜਿਨ੍ਹਾਂ ਦੇ ਉੱਤੇ ਅਸੀਂ ਕੰਮ ਕਰਦੇ ਹਾਂ। ਕੁਝ ਇੱਕ ਹੁੰਦੇ ਨੇ ਕਿ ਜੋ ਸਭ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਨੇ, ਤੇ ਕੁਝ ਇੱਕ ਹੁੰਦੇ ਨੇ ਜੋ ਸਭ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਡੋਨਲਡ ਟਰੰਪ ਸਭ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ, ਡਿਕਟੇਟਰ ਵਾਲੀ ਉਹਨਾਂ 'ਚ ਮਨਸ਼ਾ ਹੈ, ਉਹਨਾਂ ਦੇ ਮਨ ਦੀ ਸੋਚ ਹੈ। ਔਰ ਇਸੇ ਕਰਕੇ ਪੁਤਿਨ ਦੇ ਨਾਲ ਰਿਲੇਸ਼ਨਸ ਦੀ ਗੱਲ ਹੁੰਦੀ ਹੈ, ਦੁਨੀਆ ਦੇ ਡਿਕਟੇਟਰਸ ਦੇ ਨਾਲ ਰਿਲੇਸ਼ਨਸ ਦੀ ਗੱਲ ਹੁੰਦੀ ਹੈ। ਸੋ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਇਸ ਵਕਤ ਇਸ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਕਿ ਇੱਕ ਦੂਜੇ ਤੋਂ ਅਲੱਗ ਕਰਨਾ ਮੁਸ਼ਕਿਲ ਹੈ। ਸੋ ਇਕੋਨਮੀ ਦਾ ਹਾਲ, ਪੋਲੀਟਿਕਸ ਦਾ ਹਾਲ, ਇਹ ਅਸੀਂ ਸਾਰਾ ਦੇਖ ਚੁੱਕੇ ਹਾਂ। ਔਰ ਫੋਰਨ ਪੋਲਿਸੀ ਕੀ ਹੋਏਗੀ ਉਹ ਵੀ ਆਪਾਂ ਸਾਰੇ ਦੇਖ ਚੁੱਕੇ ਹਾਂ। ਬਟ ਇੱਕ ਗੱਲ ਦੇ ਉੱਤੇ ਹੁਣ ਐਕਸਪਰਟਸ ਇੱਕ ਰਾਏ ਦੇ ਰਹੇ ਨੇ ਕਿ ਜਿਹੜਾ ਡੋਨਲਡ ਟਰੰਪ ਕੋਲ ਇੱਕ ਮੁੱਦਾ ਹੈ, ਇਮੀਗ੍ਰੇਸ਼ਨ, ਐਂਟੀ ਇਮੀਗ੍ਰੈਂਟਸ, ਇਹ ਮੁੱਦਾ ਕਿਤੇ ਨਾ ਕਿਤੇ ਹੈਰਿਸ ਦੇ ਉੱਤੇ ਭਾਰੀ ਪੈ ਰਿਹਾ। ਔਰ ਕਿਤੇ ਨਾ ਕਿਤੇ ਇਹ ਵੀ ਰਿਪੋਰਟਸ ਨੇ ਕਿ ਚਾਹੇ ਸਵਿੰਗ ਸਟੇਟਸ ਨੇ ਜਾਂ ਬਾਕੀ ਥਾਵਾਂ ਦੇ ਉੱਤੇ ਵੀ ਲੋਕਾਂ ਨੂੰ ਇਹ ਮੁੱਦਾ ਆਪਣੇ ਵੱਲ ਖਿੱਚਦਾ ਪਿਆ। ਔਰ ਕਿਤੇ ਇਹ ਨਾ ਹੋਵੇ ਕਿ ਇਹ ਮੁੱਦਾ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਵੀ ਅਸਰ ਪਾਵੇ। ਇੱਕ ਧਿਰ ਇਹ ਸੋਚਦੀ ਆ, ਦੂਜੀ ਧਿਰ ਇਹ ਸੋਚਦੀ ਆ ਕਿ ਕਮਲਾ ਹੈਰਿਸ ਵੀ ਆਪਣੇ ਵੱਲੋਂ ਸਾਰਾ ਵਿਜ਼ਨ ਕਲੀਅਰ ਕਰ ਰਹੇ ਨੇ, ਇਮੀਗ੍ਰੈਂਟਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਹਰ ਪੱਖ ਦੇ ਉੱਤੇ ਆਪਣਾ ਪੂਰਾ ਵਿਜ਼ਨ ਕਲੀਅਰ ਕਰਦੇ ਪਏ ਨੇ। ਔਰ ਉਹਨਾਂ ਦੀਆਂ ਗੱਲਾਂ ਵੀ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਪੈਂਦੀਆਂ ਪਈਆਂ ਨੇ, ਉਹਨਾਂ ਨੂੰ ਇੰਨੀ ਸਪੋਰਟ ਮਿਲਦੀ ਪਈ ਹੈ। ਐਵੇਂ ਤਾਂ ਨਹੀਂ ਫੰਡ ਰੇਜ਼ਿੰਗ ਦੇ ਵਿੱਚ ਇੰਨਾ ਪੈਸਾ ਆ ਗਿਆ, ਲੋਕਾਂ ਨੇ ਹੀ ਦਿੱਤਾ ਨਾ, ਆਪਣੇ ਆਪ ਤਾਂ ਆ ਨਹੀਂ ਗਿਆ। ਉਹਨਾਂ ਕੋਲ ਤੇ ਇਲਨ ਮਸਕ ਨਹੀਂ ਨਾ ਹੈਗਾ ਜਿਹੜਾ ਰੋਜ਼ ਦਾ $1 ਮਿਲੀਅਨ ਦੇਗਾ। ਉਹਨਾਂ ਕੋਲ ਤੇ ਆਮ ਲੋਕ ਹੈਗੇ ਨੇ, ਉਹ ਆਮ ਲੋਕਾਂ ਦੇ ਚੰਦੇ ਦੇ ਉੱਤੇ ਉਹ ਲੜਦੇ ਪਏ ਨੇ। ਔਰ ਡੋਨਲਡ ਟਰੰਪ ਕੋਲ ਵੱਡੇ ਵੱਡੇ ਬਿਜ਼ਨਸਮੈਨ ਨੇ ਜੋ ਬਹੁਤ ਪੈਸਾ ਖਰਚ ਕਰਦੇ ਪਏ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਸੈਕਿੰਡ ਟਾਈਮ। ਸੋ ਇਹ ਤਮਾਮ ਤਰ੍ਹਾਂ ਦੀਆਂ ਕੰਟਰੋਡਿਕਸ਼ਨਸ ਨੇ, ਤਮਾਮ ਤਰ੍ਹਾਂ ਦੀਆਂ ਗੱਲਾਂ ਨੇ, ਮਿਕਸ ਵਿਚਾਰ ਨੇ, ਮਤਲਬ ਇੱਕ ਭੰਬਲ ਭੂਸਾ ਹੈ, ਕਿਓਸ ਹੈ, ਸੁੱਝਦਾ ਕਿਸੇ ਨੂੰ ਕੁਝ ਨਹੀਂ ਪਿਆ। ਬਸ ਇੱਕ ਸਿੰਪਲ ਗੱਲ ਹੈ ਕਿ ਡੋਨਲਡ ਟਰੰਪ ਨੂੰ ਸਪੋਰਟ ਕਰਨ ਵਾਲੇ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ, ਹਜ਼ਾਰਾਂ ਦਲੀਲਾਂ ਦਿੰਦੇ ਨੇ, ਤੇ ਕਮਲਾ ਹੈਰਿਸ ਨੂੰ ਸਪੋਰਟ ਕਰਨ ਵਾਲੇ ਕਮਲਾ ਹੈਰਿਸ ਨੂੰ ਸਪੋਰਟ ਕਰਦੇ ਨੇ, ਹਜ਼ਾਰਾਂ ਦਲੀਲਾਂ ਦਿੰਦੇ ਨੇ। ਉਹ ਕਹਿੰਦੇ ਨੇ ਅਸੀਂ ਜਿੱਤਾਂਗੇ, ਉਹ ਕਹਿੰਦੇ ਨੇ ਅਸੀਂ ਜਿੱਤਾਂਗੇ। ਅਮਰੀਕਨਸ ਨੇ ਇਹ ਸੋਚਣਾ ਕਿ ਜਿੱਤਣਾ ਕਿਹਨੂੰ ਚਾਹੀਦਾ, ਕੰਟਰੀ ਦੇ ਹੱਕ ਦੇ ਵਿੱਚ ਕੌਣ ਹੈ, ਲੋਕਾਂ ਦੇ ਹੱਕ ਦੇ ਵਿੱਚ ਕੌਣ ਹੈ। ਇਹ ਤੇ ਹੁਣ ਅਮਰੀਕਨਸ ਨੇ ਡਿਸਾਈਡ ਕਰਨਾ, ਹੋਰ ਤਾਂ ਕੈਂਡੀਡੇਟਸ ਨੇ ਤਾਂ ਡਿਸਾਈਡ ਨਹੀਂ ਨਾ ਕਰਨਾ। ਡੋਨਲਡ ਟਰੰਪ ਕਹਿਣਗੇ ਅਸੀਂ ਜਿੱਤਾਂਗੇ, ਕਮਲਾ ਹੈਰਿਸ ਕਹਿਣਗੇ ਅਸੀਂ ਜਿੱਤਾਂਗੇ, ਬਟ ਆਨਸਰ ਤਾਂ ਤੁਹਾਡੇ ਕੋਲ ਹੈ, ਤੁਸੀਂ ਦੱਸੋਗੇ ਕੌਣ ਜਿੱਤੇਗਾ। ਦੈਟ ਇਜ਼ ਦ ਮੇਨ ਥਿੰਗ। ਔਰ ਇਹਦੇ ਨਾਲ ਨਾਲ ਜਿਹੜੀਆਂ ਬਾਕੀ ਗੱਲਾਂ ਚੱਲਦੀਆਂ ਪਈਆਂ ਨੇ ਦੁਨੀਆ ਦੇ ਵਿੱਚ, ਉਹ ਵੀ ਗੱਲਾਂ ਇੰਪੋਰਟੈਂਟ ਨੇ, ਉਹਨਾਂ ਬਾਰੇ ਵੀ ਗੱਲ ਪੜ੍ਹਨੀ ਬਣਦੀ ਆ ਕਿ ਇਜ਼ਰਾਈਲ ਗਾਜ਼ਾ ਵਾਰ ਲਗਾਤਾਰ ਅਟੈਕਸ ਮਾਰਦਾ ਪਿਆ। ਇਜ਼ਰਾਈਲ ਤੀਸਰੀ ਵਾਰ ਕੁਝ ਇੱਕ ਦਿਨਾਂ ਦੇ ਵਿੱਚ ਮਾਰਿਆ ਹੈ ਗਾਜ਼ਾ ਦੇ ਉੱਤੇ, ਬੱਚੇ ਤੱਕ ਮਰੇ ਨੇ, ਕਿਉਂਕਿ ਹਮੇਸ਼ਾ ਉਹੀ ਚੀਜ਼ ਹੁੰਦੀ ਆ ਜੋ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਔਰ ਸੈਟੇਲਾਈਟ ਦੀਆਂ ਇਮੇਜਿਸ, ਸੈਟੇਲਾਈਟ ਤੋਂ ਜਿਹੜੀਆਂ ਤਸਵੀਰਾਂ ਖਿੱਚੀਆਂ ਗਈਆਂ ਨੇ, ਉਹਦੇ 'ਚ ਇਹ ਰਿਜ਼ਲਟ ਆਇਆ ਕਿ ਜੋ ਈਰਾਨ ਦੇ ਮਿਜ਼ਾਈਲ ਪਲਾਂਟਸ ਨੇ, ਜਿੱਥੇ ਮਿਜ਼ਾਈਲਾਂ ਰੱਖੀਆਂ ਹੋਈਆਂ ਨੇ, ਉੱਥੇ ਵੀ ਇਜ਼ਰਾਈਲ ਨੇ ਅਟੈਕ ਮਾਰੇ ਨੇ। ਹਾਲਾਂਕਿ ਨੇਤਨਯਾਹੂ ਨੇ ਮਿਸਟਰ ਬਾਈਡਨ ਨੂੰ ਇਹ ਗੱਲ ਕਹੀ ਸੀ ਕਿ ਮੈਂ ਜੋ ਸੈਂਸਿਟਿਵ ਏਰੀਆਜ਼ ਨੇ
ईरान दे उन्हां उत्ते अटैक नहीं मारांगा जिन्ना करके पूरी मानवता वास्ते खतरा पैदा हो जाए। मैं अटैक नहीं मारांगा। बट हुण रिपोर्ट्स के मुताबिक मिसाइल के ठिकाने के उत्ते अटैक मारे ने, हजे ऑयल रिजर्व्स के उत्ते नहीं मारे, हजे न्यूक्लीयर सैक्टर्स के उत्ते नहीं मारे। जिथे जिथे मारिया है सैटेलाइट तस्वीरां दसदियां ने उत्थे उत्ते मारिया है। सो इहदे रिजल्ट की होणगे नोबडी नोज। हुण इहदा आउण वाला वक्त दसेगा कि वो लोग सीज़ फायर करते हैं कि नहीं करते, क्योंकि यूनाइटेड नेशनस ऑर्गेनाइजेशन वालों हमेशा तो ये गल कही जा रही है भाई सीज़ फायर बहुत हो गया, ख़त्म करो। और बाइडन भी ये गल कह चुके हैं कि इजराइल ने भी अटैक मार दिता, ईरान ने भी अटैक मार दिता, भी हिसाब बराबर हुण ख़त्म करो। बट ख़त्म कौन करे? नेतनयाहू एक इदां दा करैक्टर सामने आए ने, कई बार तक कहा जाता उन्होंने बारे एक्सपर्ट्स बड़ी खुली बोलते हैं, कहता मतलब ड्रिंक किया होया जिद्दां ड्राइवर होंदा ना किसी गड्डी का, ये हिसाब उन्होंने दा। हुण पता नहीं किहड़ी ड्रिंक की हुई है उन्होंने कि कंट्री नूं इदां ड्राइव करते पे ने, क्योंकि इहदा खामियाजा तो इजराइल नूं भी भुगतना पैना आउण वाली जनरेशनस नूं, जिहड़ियां दिनां दे विच कड़वाहट पैदा हो गई है, क्योंकि वो दहाकियां तो पैदा हुई है। इंसान का दुश्मन, तू फिलिस्तीनी है मैं यहूदी हाँ, और इंसान ते इंसान दे विच फर्क, रेसिज्म, मतलब एक किहड़ी दुनिया च असीं जी रहे हैं? अज दी दुनिया नूं ये सूट करदियां गल्लां। इंसान ते इंसान दे विच फर्क की है? सारियां दी रगां च उही लाल रंग दा खून है, सारियां दे इमोशनस उही ने, सारे इक्को जिक्की जिंदगी जिउंदे ने, सारियां नूं उदां ही दर्द हुंदा है, उदां ही खुशी हुंदी है, उदां ही हासा ठट्ठा है, सारियां दा उही जीवन है। सो एक छोटी जी घटना, एक इंसान ने दूसरे इंसान नूं अपने जीवन की कहानी सुनाई, तो कहानी सुनने तो बाद दूसरा इंसान पहले इंसान नूं कहंदा यार तू जिहड़ी मेरी अपने जीवन की कहानी सुनाई आ, तेरी कहानी तो मेरे जीवन की कहानी तो आपस में मिलती जुलती है, इक्को जिक्की आ। तो अगों कहंदा होनी हुई है, इक्को जिक्की होनी आ, क्योंकि कुदरत तो इक्को ही है ना जिन्हें कहानी लिखी है, नेचर तो इक्को ही है। सो जदों कहानी इक्को है, सब कुछ इक्को है, ये फर्क क्यों है? ये सोच ये यंग जनरेशन नूं सूट नहीं करता। इसे करके कहते हैं कि सारे सिस्टम नूं बदलो, जिहड़ियां पुरानियां दकियां नूसी बेकार गल्लां ने, बेकार पुरजे ने, वो कढ़ दिओ इस मशीन चों, मशीन दे विच नवे पुरजे लैके आओ। इंसान ते इंसान दे विच कोई फर्क नहीं, सारे बराबर हाँ। जे इस सोच ते चलो ना तो दुनिया के सारे मसले हल हो जाएंगे, वॉर फ्री दुनिया हो जाएगी, क्राइम फ्री दुनिया हो जाएगी। और जिहड़ा असीं सुपना देखते हैं ना पूरी दुनिया एक परिवार है, ग्लोबलाइजेशन, वो पूरा हो सकता है। वन नेशन बन सकती है पूरी दुनिया, और बननी चाहिए भी है। एज जिहड़े बॉर्डर्स ने जिन्हां करके लड़ाइयां झगड़े होंदे ने, जे ना रहन तो फिर आपस दे विच मिल के रह सकते हैं। इंसान इंसान नूं नफरत ना करे तो मिल के रह सकते हैं। खैर ये वड्डियां गल्लां ने, बहुत वड्डियां सोच दियां जिहड़े लोग मालिक ने उन्हां दियां गल्लां ने। नाओ उस सोच के मुताबिक सारे तुर पैण तां हर चीज़ सॉल्व हो सकती है। नाओ बैक टू द पॉइंट, आपां इजराइल गाजा वॉर दी ईरान की गल की आ, ना वो अपनी यूक्रेन की भी कर रही है, ज़ेलेंस्की की करते पे ने। सो गल इत्थे ये आ कि 3000 नॉर्थ कोरिया के सोल्जर्स यूक्रेन की धरती वाल या उन्होंने चाले पाए हुए ने। रशिया के सोल्जर्स ने इस चीज़ की निंदा भी की। हुण इत्थे एक पॉइंट ये आउंदा कि जे डिप्लॉय किए गए ने, ऑफ कोर्स रशिया अगे वधदा पिया, कीव के सैक्टर विच अगे वधदा पिया, थां दे उत्ते हर फ्रंट के उत्ते मॉस्को की वॉर मशीन अगे वधदी पई है, और ज़ेलेंस्की उन्हां दा सामना करते पे ने, ये चलदा पिया। और एक्सपर्ट्स ये भी कहते पे ने कि यूक्रेन कभी भी रशिया नूं युद्ध दे विच नहीं हरा सकदा, गल होएगी तो टेबल ते होएगी, जितनी जल्दी हो सके उन्नियां जानां बच सकदियां ने, तबाही बच सकती है। नाउ बैक टू द पॉइंट कि 3000 सोल्जर्स जिहड़े नॉर्थ कोरिया दे ने, वो काहदे वास्ते ने? जिहड़े रशिया के सोल्जर्स कब्जे च ने यूक्रेन के, उन्होंने छुड़ाउण वास्ते गए ने या फिर कोई होर काम करने वास्ते गए? तमाम तरह दी गल्लां। सो ये गल्लां किधर लैके जाणगियां कोई नहीं जानता। उत्थे भी सीज़ फायर की गल हो रही है, कोई कर लो बई सीज़ फायर कर। सो दोवें युद्ध हो गए। तो हुण एक लास्ट पॉइंट ये भी आ, जो अमेरिका दी इलैक्शनस ने, उन्हां दा इंटरनेशनल बॉडीज़, उन्हां दा इंटरनेशनल कम्यूनिटी, उन्हां दी फॉरेन पॉलिसी दे उत्ते असर, किते ना किते ये रिपोर्ट्स मिलदियां ने कि चाइना, रशिया, ईरान
ਕੈਪਚਰ ਕਰਨਾ ਚਾਹੁੰਦਾ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ ਨੂੰ, ਆਪਣੇ ਮੁਤਾਬਿਕ ਮੋਲਡ ਕਰਨਾ ਚਾਹੁੰਦਾ, ਯਾਨੀ ਕਿ ਰਿਜ਼ਲਟਸ ਦੇ ਉੱਤੇ ਪ੍ਰਭਾਵ ਪਾਉਣਾ ਚਾਹੁੰਦਾ। ਕਿੱਦਾਂ? ਓਪੀਨੀਅਨ ਨੂੰ ਕੰਟਰੋਲ ਕਰਕੇ, ਅਮਰੀਕਨਸ ਦੇ ਵੋਟਰਸ ਨੂੰ ਟਾਰਗੇਟ ਕਰਕੇ, ਉਹਨਾਂ ਦੇ ਦਿਮਾਗਾਂ ਨੂੰ ਕੰਟਰੋਲ ਕਰਕੇ, ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇੱਦਾਂ ਦੀ ਸਮੱਗਰੀ, ਇੱਦਾਂ ਦਾ ਇਨਫੋਰਮੇਸ਼ਨ, ਇੱਦਾਂ ਦੀ ਐਜੂਕੇਸ਼ਨ, ਇੱਦਾਂ ਦੀ ਨੌਲੇਜ ਇਹ ਸ਼ੇਅਰ ਕਰ ਰਿਹਾ, ਇੱਕ ਏਜੰਡਾ, ਇੱਕ ਪ੍ਰੋਪੇਗੈਂਡਾ ਚਲਾ ਕੇ ਕਿ ਅਮਰੀਕਨ ਵੋਟਰਸ ਦਾ ਬ੍ਰੇਨ ਵਾਸ਼ ਕਰ ਦਿੱਤਾ ਜਾਵੇ ਔਰ ਆਪਣੇ ਮੁਤਾਬਿਕ ਮੋਲਡ ਕਰਕੇ ਜਿੱਧਰ ਉਹ ਵੋਟ ਪਾਉਣਾ ਚਾਹੁੰਦੇ ਨੇ ਉੱਧਰ ਵੋਟ ਪਵਾਈ ਜਾਏ। ਇਹ ਰਸ਼ੀਆ ਦੇ ਉੱਤੇ ਇਲਜ਼ਾਮ ਹੈ, ਇਹ ਚਾਈਨਾ ਦੇ ਉੱਤੇ ਇਲਜ਼ਾਮ ਹੈ, ਇਹ ਈਰਾਨ ਦੇ ਉੱਤੇ ਇਲਜ਼ਾਮ ਹੈ। ਔਰ ਇਹ ਵੀ ਇਲਜ਼ਾਮ ਨੇ ਕਿ ਰਸ਼ੀਆ ਸਪੋਰਟ ਕਰਦਾ ਡੋਨਲਡ ਟਰੰਪ ਨੂੰ ਔਰ ਈਰਾਨ ਵੱਲੋਂ ਵੀ ਸਪੋਰਟ ਹੈ ਕਮਲਾ ਹੈਰਿਸ ਨੂੰ। ਤਮਾਮ ਤਰ੍ਹਾਂ ਦੀਆਂ ਗੱਲਾਂ ਨੇ। ਹੁਣ ਇਹ ਕਹਿੰਦੇ ਨੇ ਜਿਹੜੀ ਚਾਲ ਖੇਡੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਹੋਰ ਵੀ ਨੈਟਵਰਕਸ ਅਪਣਾ ਕੇ, ਇਹ ਸ਼ੁਰੂ ਤੋਂ 2016 ਤੋਂ ਪਕੜ 'ਚ ਆ ਗਈ ਸੀ, ਉਸ ਤੋਂ ਪਹਿਲਾਂ ਵੀ ਸ਼ਾਇਦ, ਪਰ 2016 ਤੋਂ ਤਾਂ ਫੜ ਹੋ ਗਈ ਸੀ ਕਿ ਇੱਦਾਂ ਦੀ ਚੀਜ਼ ਚੱਲਦੀ ਪਈ, ਕਿਉਂਕਿ ਇੰਟਰਨੈਟ ਦਾ ਜ਼ਮਾਨਾ, ਇੰਟਰਨੈਟ ਦਾ ਦੌਰ ਸ਼ੁਰੂ ਹੋ ਚੁੱਕਾ ਸੀ ਔਰ ਅੱਜ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਔਰ ਇਹਨਾਂ ਪ੍ਰਭਾਵਾਂ ਤੋਂ ਕਿਵੇਂ ਬਚਾਉਣਾ ਹੈ ਅਮਰੀਕਾ ਦੀਆਂ ਇਲੈਕਸ਼ਨਸ ਨੂੰ, ਇਹ ਵੀ ਅਮਰੀਕਾ ਵਾਸਤੇ ਇੱਕ ਚੈਲੰਜ ਬਣਿਆ ਹੋਇਆ ਹੈ ਕਿ ਇਹਦੇ ਉੱਤੇ ਕੋਈ ਵਿਦੇਸ਼ੀ ਤਾਕਤਾਂ ਦਖਲ ਅੰਦਾਜ਼ੀ ਨਾ ਕਰ ਸਕਣ, ਵਿਦੇਸ਼ੀ ਤਾਕਤਾਂ ਕੋਈ ਪ੍ਰਭਾਵ ਨਾ ਪਾ ਸਕਣ। ਇਸ ਕਰਕੇ ਸਾਰੇ ਅਮਰੀਕਨਸ ਨੂੰ ਕਿਸੇ ਵੀ ਪ੍ਰਭਾਵ ਤੋਂ ਦੂਰ ਰਹਿਣਾ, ਕਿਸੇ ਵੀ ਓਪੀਨੀਅਨ ਲੀਡਰ ਦੇ ਓਪੀਨੀਅਨ ਤੋਂ, ਕਿਸੇ ਐਕਸਪਰਟ ਦੀ ਰਾਏ ਤੋਂ, ਸਭ ਤੋਂ ਉਹਨਾਂ ਦੀ ਸੋਚ ਤੋਂ ਦੂਰ ਰਹਿਣਾ, ਇੱਕ ਆਪਣੀ ਇੰਡੀਵਿਜੂਅਲ ਸੋਚ ਬਿਲਕੁਲ ਪਿਓਰ ਫॉर द ਸੇਕ ਆਫ ਅਮਰੀਕਾ, ਔਰ ਉਸ ਸੋਚ ਦੇ ਮੁਤਾਬਿਕ ਵੋਟ ਪਾਉਣੀ ਹੈ ਜੋ ਤੁਹਾਡਾ ਆਪਣਾ ਅੰਦਰ ਕਹਿੰਦਾ ਹੈ, ਜੋ ਤੁਹਾਡੀ ਆਪਣੀ ਸੋਚ ਕਹਿੰਦੀ ਹੈ, ਜੋ ਤੁਹਾਡੀ ਆਪਣੀ ਵਿਚਾਰਧਾਰਾ ਕਹਿੰਦੀ ਹੈ। ਆਪਣੇ ਆਪ ਐਨਾਲਾਈਜ਼ ਕਰੋ, ਵਿਸ਼ਲੇਸ਼ਣ ਕਰੋ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਵੋਟ ਨਹੀਂ ਪਾਉਣੀ। ਬਾਕੀ ਤਾਂ ਸਭ ਖੇਲ ਤਮਾਸ਼ੇ ਚੱਲਦੇ ਹੀ ਰਹਿਣੇ ਨੇ, ਪਰ ਤੁਸੀਂ ਆਪਣੀ ਜ਼ਿੰਦਗੀ ਬਾਰੇ ਆਪ ਸੋਚਣਾ ਹੈ, ਆਪਣੇ ਦੇਸ਼ ਬਾਰੇ ਆਪ ਸੋਚਣਾ ਹੈ। ਸੋ ਲੌਂਗ ਲਿਵ ਅਮਰੀਕਾ, ਇਹੀ ਸਾਡੀ ਸਾਰਿਆਂ ਦੀ ਪ੍ਰੇ ਹੈ ਔਰ ਇਲੈਕਸ਼ਨਸ ਦੇ ਰਿਜ਼ਲਟਸ ਵਧੀਆ ਹੋਣ ਔਰ ਪੂਰੀ ਦੁਨੀਆ ਇੱਕ ਵਧੀਆ ਰਾਹ 'ਤੇ ਤੁਰੇ। ਜਿਹੜੀ ਪਾਵਰ ਸ਼ਿਫਟਿੰਗ ਹੋਣੀ ਹੈ, ਜੋ ਕੁਝ ਵੀ ਹੋਣਾ ਹੈ, ਚਾਹੇ ਇਕਨੋਮਿਕ ਫੀਲਡ ਦੇ ਵਿੱਚ ਹੋਣਾ, ਚਾਹੇ ਪੋਲੀਟੀਕਲ ਫੀਲਡ ਦੇ ਵਿੱਚ ਹੋਣਾ, ਚਾਹੇ ਸੋਸ਼ਲ ਫੀਲਡ ਦੇ ਵਿੱਚ ਹੋਣਾ, ਚਾਹੇ ਰਿਲੀਜਨ ਦੇ ਫੀਲਡ ਦੇ ਵਿੱਚ ਹੋਣਾ, ਐਨੀ ਫੀਲਡ ਅੰਡਰ ਦਿਸ ਸਨ ਔਨ ਦ ਪਲੈਨਟ ਅਰਥ, ਉਹ ਸੁਖਾਵਾਂ ਹੋਵੇ, ਚੰਗਾ ਹੋਵੇ ਔਰ ਅਸੀਂ ਸਾਰੇ ਮਿਲ ਕੇ ਕਲਾਈਮੇਟ ਚੇਂਜ ਜੋ ਹੋ ਰਹੀ ਹੈ ਉਹਦੇ ਲਈ ਵੀ ਕੰਮ ਕਰੀਏ। ਸੋ ਤੁਹਾਡਾ ਕੀ ਵਿਚਾਰ ਹੈ? ਤੁਸੀਂ ਕੀ ਇਸ ਮੁੱਦੇ ਉੱਤੇ ਆਪਣੇ ਵਿਚਾਰ ਰੱਖਦੇ ਹੋ? ਜ਼ਰੂਰ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।